ਵਾਹਿਗੁਰੂ। ਸਿੱਖ ਪਿਛਲੇ ਯੁੱਗ ਵਿੱਚ ਮਨੁੱਖ ਦੀ ਹੈਸੀਅਤ ਨੀਵੀਂ ਹੋਣ ਕਰਕੇ ਉਸ ਦੇ ਫਰਜ਼ ਵੀ ਥੋੜ੍ਹੇ ਸਨ। ਉਹ ਅਰਸ਼ਾਂ 'ਤੇ ਬੈਠੇ ਮਾਲਕ ਦੇ ਘੱਲੇ ਗਏ ਹੁਕਮਾਂ ਨੂੰ ਸੁਣ ਉਹਨਾਂ ਦੀ ਅਤਾਇਤ ਕਰਨ ਲਈ ਹੀ ਸੀ। ਹੁਕਮ ਆਏ ਤੇ ਉਹਨੇ ਸੁਣ ਲਏ ਅਤੇ ਵੱਧ ਤੋਂ ਵੱਧ ਆਪਣੀ ਪ੍ਰਵਾਨਗੀ ਦਾ ਸਬੂਤ ਦੇਣ ਲਈ ਕੋਈ ਰਸਮ ਅਦਾ ਕਰ ਛੱਡੀ। ਪਰ ਨਵੇਂ ਯੁੱਗ ਦੇ ਨਵੇਂ ਮਨੁੱਖ ਦੀ ਹੈਸੀਅਤ ਬਹੁਤ ਉਚੇਰੀ ਹੋ ਗਈ ਹੈ, ਜਿਸ ਕਰਕੇ ਉਸ ਦੇ ਫਰਜ਼ ਵੀ ਵਧੇਰੇ ਹੋ ਗਏ ਹਨ। ਉਹ ਖੁਦ ਮਾਲਕ ਕਰਾਰ ਦਿੱਤਾ ਗਿਆ ਹੈ। ਉਸ ਨੇ ਆਪਣੀ ਰਹਿਬਰੀ ਆਪ ਕਰਨੀ ਹੈ। ਉਹ ਗੁਲਾਮ ਨਹੀਂ, ਆਜ਼ਾਦ ਹੈ। ਉਹ ਕਿਸੇ ਦੇ ਦਰਵਾਜ਼ੇ ਦਾ ਮੰਗਤਾ ਨਹੀਂ, ਆਪਣੇ ਪੈਰਾਂ 'ਤੇ ਖਲੋਤਾ ਹੈ। ਇਸ ਕਰਕੇ ਕਿ ਨਿਰੇ ਹੁਕਮ ਹੀ ਸੁਣ ਛੱਡਣੇ ਉਸ ਲਈ ਕਾਫੀ ਨਹੀਂ ਹਨ, ਬਲਕਿ ਨਵੇਂ ਜੀਵਨ ਨੂੰ ਸਿੱਖਣਾ ਉਸ ਦਾ ਕਰਤੱਵ ਹੈ। ਜੀਵ ਜੁਗਤੀ ਸਿੱਖਣੀ ਅਤੇ ਸਿੱਖਣੀ ਵੀ ਅਜਿਹੀ ਕਿ ਜਿਹੜੀ ਜੀਵਨ ਰੂਪ ਬਣ ਜਾਵੇ। ਝਟਪਲ ਦਾ ਕੰਮ ਨਹੀਂ, ਉਹਦੇ ਲਈ ਵਕਤ ਚਾਹੀਦਾ ਹੈ। ਮੁੱਦਤਾਂ ਦੀਆਂ ਕੁਰਾਹੇ ਪਈਆਂ ਹੋਈਆਂ ਮਨੋਬਿਰਤੀਆਂ ਨੂੰ ਰੋਕ ਕੇ ਸਿੱਧੇ ਰਸਤੇ ਪਾਉਣਾ ਤਕੜੇ ਅਭਿਆਸ ਦਾ ਕੰਮ ਹੈ। ਸੁਭਾਵਾਂ ਦਾ ਬਦਲਣਾ ਪਹਾੜਾਂ ਦਾ ਚੀਰਨਾ ਹੈ। ਜਨਮ ਜਨਮਾਂਤਰਾਂ ਦੀ ਅਗਿਆਨ ਦੀ ਲੱਗੀ ਹੋਈ ਸਿਆਹੀ ਨੂੰ ਗਿਆਨ ਦੇ ਪਾਣੀ ਨਾਲ ਧੋਣਾ ਇੱਕ ਕਰੜੀ ਘਾਲ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕੇਵਲ ਨਵੇਂ ਯੁੱਗ ਦਾ ਸੰਦੇਸ਼ ਦੇ ਕੇ ਹੀ ਬਸ ਨਾ ਕਰ ਦਿੱਤੀ, ਸਗੋਂ ਮਨੁੱਖ ਨੂੰ ਨਵੇਂ ਯੁੱਗ ਦੀ ਜੁਗਤ ਸਮਝਾਉਣ ਲਈ ਪਾਠਸ਼ਾਲਾ ਖੋਲ੍ਹ ਦਿੱਤੀ। ਇਸ ਪਾਠਸ਼ਾਲਾ ਵਿੱਚ ਆਤਮਕ, ਮਾਨਸਕ ਅਤੇ ਸਰੀਰਕ ਤਿੰਨਾਂ ਹੀ ਕਿਸਮਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਇਸ ਨੂੰ ਧਰਮਸ਼ਾਲਾ ਕਹਿੰਦੇ ਸਨ। ਹੁਣ ਮਨੁੱਖ ਨਵਾਂ ਚਲਣ ਸਿੱਖਣ ਲਈ ਧਰਮਸ਼ਾਲਾ ਵਿੱਚ ਪੜ੍ਹਨੇ ਪਿਆ ਅਤੇ ਉਸ ਨੂੰ ਸਿੱਖ ਕਹਿਣ ਲੱਗ ਪਏ। ਉਹ ਵੀ ਸਿੱਖ ਅਖਵਾਉਣਾ ਚਾਹੁੰਦਾ ਸੀ, ਕਿਉਂਕਿ ਉਹ ਸਿੱਖਿਆ ਜੋ ਪਾ ਰਿਹਾ ਸੀ। ਪਰ ਇਹ ਸਿੱਖਿਆ ਕੇਵਲ ਸੁਣਨੀ ਅਤੇ ਸਮਝਣੀ ਹੀ ਨਹੀਂ, ਸਗੋਂ ਕਮਾਉਣੀ ਸੀ, ਜੀਵਨ ਦਾ ਰੂਪ ਬਣਾਉਣਾ ਸੀ। ਜਾਂ ਇਉਂ ਕਿਹਾ ਜਾਏ ਕਿ ਸਿੱਖ ਨੇ ਸਿੱਖੀ ਕੇਵਲ ਸਿੱਖਣੀ ਹੀ ਨਹੀਂ, ਸਗੋਂ ਸਿੱਖੀ ਦਾ ਜੀਵਨ ਜਿਉਣਾ ਸੀ। ਸਗੋਂ ਇਸ ਭਾਰੀ ਕਾਰਜ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਸੰਮਤ 1554 ਵਿੱਚ ਸੁਲਤਾਨਪੁਰੋਂ ਕਰ ਦਿੱਤਾ। ਉਹਨਾਂ ਦੀ ਸਿੱਖਿਆ ਵਿੱਚ 4 ਚੀਜ਼ਾਂ ਸਨ: ਨਾਮ ਜਪਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਭਾਣਾ ਮੰਨਣਾ ਅਤੇ ਸਰਬੱਤ ਦਾ ਭਲਾ ਚਾਹੁਣਾ। ਨਾਮ ਨਾਮੀ ਦੀ ਯਾਦ ਸੀ। ਨਾਮੀ ਜੋਤ ਸਰੂਪ ਸ੍ਰੀ ਵਾਹਿਗੁਰੂ ਸੀ। ਮਨੁੱਖ ਵੀ ਉਸ ਜੋਤ ਤੋਂ ਜਗੀ ਹੋਈ ਇੱਕ ਬੱਤੀ ਸੀ। ਇਸ ਕਰਕੇ ਨਾਮ ਜਪਣਾ ਉਹਦੇ ਲਈ ਆਪਣੇ ਨਿਜ ਆਪ ਨੂੰ ਚੇਤੇ ਕਰਨਾ ਸੀ। ਇਹ ਸਹੀ ਆਪੇ ਦੇ ਯਾਦ ਹੋਣ ਤੇ ਉਹ ਪੁਰਾਣਾ ਭਰਮ ਕਿ ਮੈਂ ਮੰਗਤਾ ਗੁਲਾਮ ਹਾਂ ਸੁਤੇ ਹੀ ਦੂਰ ਹੋ ਜਾਣਾ ਸੀ। ਨਿਰਾਸ਼ਤਾ ਅਤੇ ਮਾਯੂਸੀਆਂ ਉੱਡ ਜਾਣੀਆਂ ਸਨ। ਮਨੁੱਖੀ ਮਨ ਚੜ੍ਹਦੀ ਕਲਾ ਵਿੱਚ ਹੋ ਜਾਣਾ ਸੀ। ਹੁਣ ਚੂੰਕਿ ਆਪਣਾ ਆਪ ਮਹਾਨ ਜੋਤ ਨਾਲ ਇਕਮਿਕ ਸੀ ਅਤੇ ਆਪਣੇ ਮਨ ਦੀਆਂ ਤਰਬਾਂ ਕੁੱਲ ਮਾਲਕ ਦੇ ਮਨ ਦੀ ਖਰਜ ਨਾਲ ਮਿਲ ਕੇ ਵੱਜ ਉੱਠੀਆਂ, ਇਸ ਕਰਕੇ ਭਾਣਾ ਮਿੱਠਾ ਲੱਗਣਾ ਕੁਦਰਤੀ ਗੱਲ ਸੀ। ਜਗਤ ਜੀਵਨ ਜੋਤ ਇਸ ਤੋਂ ਮਨੁੱਖੀ ਜੋਤੀ ਜਗ ਰਹੀ ਹੈ। ਚੂੰਕਿ ਹਰ ਮਨੁੱਖ ਵਿੱਚ ਵਿਆਪਕ ਹੈ, ਇਸ ਵਾਸਤੇ
ਸਾਰਿਆਂ ਦਾ ਭਲਾ ਚਾਹੁਣਾ ਆਪਣੇ ਮਾਲਕ ਨੂੰ ਪ੍ਰਸੰਨ ਕਰਨਾ ਸੀ। ਖਾਲਕ ਖਲਕਤ ਵਿੱਚ ਸੀ ਤੇ ਖਲਕਤ ਖਾਲਕ ਵਿੱਚ ਵਸਦੀ ਸੀ, ਜਿਸ ਕਰਕੇ ਖਲਕਤ ਦਾ ਭਲਾ ਲੋੜਨਾ ਖਾਲਕ ਨੂੰ ਪ੍ਰਸੰਨ ਕਰਨਾ ਸੀ। ਇਸ ਨਵੇਂ ਉਚੇਰੇ ਮਨੁੱਖ ਚਲਣ ਨੂੰ ਸਮਝਾਉਣ ਲਈ ਜਿੱਥੇ ਪ੍ਰਚਾਰ ਦੀ ਭਾਰੀ ਲੋੜ ਸੀ, ਉੱਥੇ ਪੁਰਾਤਨਤਾ ਦੀਆਂ ਰੁਕਾਵਟਾਂ ਨੂੰ ਵੀ ਹਟਾਉਣਾ ਜ਼ਰੂਰੀ ਸੀ। ਇਸ ਲਈ ਇੱਕ ਮਨੁੱਖ ਜਾਮੇ ਦੀ ਉਮਰੇ ਕਾਫੀ ਨਹੀਂ ਸੀ। ਸੋ ਗੁਰੂ ਨਾਨਕ ਨੇ 10 ਜਾਮੇ ਧਾਰਨ ਕੀਤੇ। ਉਹ ਇੱਕ ਹੱਥ ਵਿੱਚ ਨਵੇਂ ਜੀਵਨ ਤੋਂ ਜਗੀ ਕੋਈ ਮਨੁੱਖੀ ਜੋਤ ਨੂੰ ਲੈ ਕੇ ਅੱਗੇ ਵਧੇ ਅਤੇ ਦੂਸਰੇ ਹੱਥ ਨਾਲ ਪੁਰਾਤਨਤਾ ਦੇ ਛੋੜਾਂ ਨੂੰ ਕੱਟਦੇ ਗਏ। ਉਹਨਾਂ ਨੂੰ ਪਹਿਲੇ ਤਨ ਵਿੱਚ ਆਪਣਾ ਪੂਰਾ ਗੀਤ ਸੁਣਾ ਦਿੱਤਾ। ਦੂਸਰੇ ਤਨ ਵਿੱਚ ਮਨੁੱਖ ਨੂੰ ਪੁਰਾਤਨਤਾ ਦਾ ਪਾਇਆ ਹੋਇਆ ਇਹ ਭਰਮ ਦੂਰ ਕੀਤਾ ਕਿ ਜੀਵਨ ਮਨੋਰਥ ਦੀ ਸਫਲਤਾ ਅਤੇ ਮਾਲਕ ਨਾਲ ਗੱਲਾਂ ਕਰਨ ਲਈ ਕਿਸੇ ਇੱਕ ਖਾਸ ਬੋਲੀ ਦੀ ਲੋੜ ਹੁੰਦੀ ਹੈ ਅਤੇ ਮਜ਼ਹਬੀ ਪ੍ਰੋਹਤ ਕੋਲੋਂ ਉਹ ਬੋਲੀ ਸਿੱਖਿਆ ਹੀ ਮਨੁੱਖ ਜੀਵਨ ਸਫਲ ਹੋ ਸਕਦਾ ਹੈ। ਦੂਜਾ ਜਾਮਾ ਧਾਰ ਗੁਰੂ ਨਾਨਕ ਨੇ ਦੱਸਿਆ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦੀ ਟੁੱਟੀ ਫੁੱਟੀ ਬੋਲੀ ਵੀ ਸਮਝ ਲੈਂਦੀ ਹੈ ਅਤੇ ਜੇ ਬੱਚਾ ਗੂੰਗਾ ਹੋਵੇ ਤਾਂ ਉਸ ਦੀਆਂ ਸੈਣਤਾਂ ਹੀ ਸਮਝ ਜਾਂਦੀ ਹੈ, ਇਸੇ ਤਰ੍ਹਾਂ ਜਗਤ ਜੀਵਨ ਪ੍ਰਭੂ ਮਨੁੱਖ ਦੇ ਮਾਤਾ ਪਿਤਾ ਦੀ ਥਾਂ ਹਨ। ਮਨੁੱਖ ਕਿਸੇ ਬੋਲੀ ਵਿੱਚ ਵੀ ਕਿਉਂ ਨਾ ਬੋਲੇ, ਉਹ ਉਸ ਨੂੰ ਸਮਝ ਜਾਂਦੇ ਹਨ। ਬੋਲਣਾ ਤਾਂ ਕਿਤੇ ਰਿਹਾ, ਉਹ ਤੇ ਅਣਬੋਲੀਆਂ ਰਮਜ਼ਾਂ ਵੀ ਬੁੱਝਦੇ ਹਨ। ਇਸ ਤਰ੍ਹਾਂ ਸਤਿਗੁਰੂ ਨੇ ਮਨੁੱਖ ਨੂੰ ਮਜ਼ਹਬੀ ਮੁਕੱਦਸਾਂ ਦੀਆਂ ਕਾਇਮ ਕੀਤੀਆਂ ਹੋਈਆਂ ਬੋਲੀਆਂ ਦੇ ਬੰਧਨਾਂ ਤੋਂ ਆਜ਼ਾਦ ਕੀਤਾ ਤੇ ਪੁਰਾਤਨਤਾ ਦੀ ਜ਼ੰਜੀਰ ਦੀ ਇੱਕ ਭਾਰੀ ਕੜੀ ਕੱਟ ਸੁੱਟੀ। ਤੀਜਾ ਤਨ ਧਾਰ ਸਤਿਗੁਰਾਂ ਜਾਤ ਪਾਤ ਛੂਤ ਛਾਤ ਦੇ ਭੇਦ ਨੂੰ ਮਿਟਾਉਣ ਲਈ ਅਤੇ ਮਨੁੱਖ ਨੂੰ ਇੱਕੇ ਸੂਰਜ ਦੀਆਂ ਕਿਰਨਾਂ ਇੱਕ ਦੂਜੇ ਨੂੰ ਸਮਝ ਇੱਕਮਿਕ ਹੋ ਜਾਣ ਲਈ ਲੰਗਰ ਜਾਰੀ ਕੀਤੇ। ਇਹਨਾਂ ਲੰਗਰਾਂ ਵਿੱਚ ਨੀਵੇਂ ਉੱਚੇ ਬ੍ਰਾਹਮਣ, ਸੂਦ, ਮੋਮਨ, ਕਾਫਰ ਅਤੇ ਰਾਣਾ ਰੰਕ ਇਕੱਠੇ ਬਹਿ ਪ੍ਰਸ਼ਾਦ ਛਕਦੇ ਸਨ। ਇਹ ਧਾਰਨਾ ਪੁਰਾਣੇ ਨਿਜ਼ਾਮ 'ਤੇ ਇੱਕ ਤਕੜੀ ਸੱਟ ਸੀ, ਜਿਸ ਦੇ ਦੂਰ ਹੋ ਜਾਣ ਕਰਕੇ ਮਨੁੱਖੀ ਸਮਾਜ ਵਿੱਚੋਂ ਵਿਤਕਰੇ ਦੂਰ ਹੋਏ। ਚੌਥੇ ਜਾਮੇ ਵਿੱਚ ਸਤਿਗੁਰਾਂ ਨੇ ਮਨੁੱਖ ਨੂੰ ਇਹ ਸਮਝਾਇਆ ਕਿ ਚੂੰਕਿ ਤੇਰਾ ਪ੍ਰਭੂ ਤੇਰੇ ਅੰਦਰ ਤੇ ਤੂੰ ਉਸ ਦੇ ਵਿੱਚ ਸਮਾ ਰਿਹਾ ਹੈ, ਇਸ ਲਈ ਚੜ੍ਹਦੇ ਲਹਿੰਦੇ ਰੁੱਖ ਦਰਵਾਜ਼ੇ ਰੱਖ ਖਾਸ ਕਿਸਮ ਦੇ ਮੰਦਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ। ਮਾਲਕ ਸਭ ਦਾ ਹੈ, ਮਾਲਕ ਦੇ ਮੰਦਰ ਸਭ ਦੇ ਹਨ। ਖਾਸ ਕਿਸਮ ਦੇ ਮੰਦਰ ਬਣਾਉਣੇ, ਖਾਸ ਤਰਫ ਦਰਵਾਜ਼ੇ ਰੱਖਣੇ ਅਤੇ ਖਾਸ ਜਾਤੀਆਂ ਨੂੰ ਅੰਦਰ ਆਉਣ ਅਤੇ ਨਾ ਆਉਣ ਦੇ ਕਾਇਦੇ ਕਾਇਮ ਕਰਨੇ ਸਭ ਪੁਰਾਤਨਤਾ ਦੇ ਪਾਏ ਹੋਏ ਝਮੇਲੇ ਹਨ। ਸਤਿਗੁਰਾਂ ਨੇ ਨਮੂਨੇ ਦੇ ਤੌਰ 'ਤੇ ਇੱਕ ਹਰੀ ਦਾ ਮੰਦਰ ਬਣਾ ਕੇ ਦੱਸਿਆ। ਉਹਦੇ 24 ਪਾਸੀ ਦਰਵਾਜ਼ੇ ਰੱਖੇ ਗਏ ਅਤੇ ਉਹਦੇ ਵਿੱਚ ਚੁਤਰਫੇ ਹੀ ਚਾਰੋਂ ਵਰਨਾਂ ਅਤੇ ਚਵਾਂ ਰੰਗਾਂ ਦੇ ਲੋਕਾਂ ਨੂੰ ਆਉਣ ਦੀ ਖੁੱਲ੍ਹ ਦਿੱਤੀ ਗਈ। ਇਸ ਮੰਦਰ ਦੀ ਅਜਬ ਰਚਨਾ ਨੂੰ ਤੱਕ ਖਲਕਤ ਦੇ ਮੂੰਹੋਂ ਨਿਕਲ ਗਿਆ। ਭਾਵੇਂ ਦੁਨੀਆ ਵਿੱਚ ਬੇਅੰਤ ਮੰਦਰ ਹਨ, ਪਰ ਇਹੋ ਜਿਹਾ ਸੁੰਦਰ ਕੋਈ ਨਹੀਂ। ਇਹ ਅਤ ਸੋਹਣਾ ਹੋਵੇ ਵੀ ਕਿਉਂ ਨਾ, ਬੱਧਾ ਜੋ ਉਸ ਨੇ ਜਿਸ ਦੇ ਹਿਰਦੇ ਵਿੱਚ ਕੁਲ ਮਾਲਕ ਨਿਵਾਸ ਕਰ ਰਿਹਾ ਹੈ ਅਤੇ ਜਗਤ ਜੀਵਨ ਪ੍ਰਭੂ ਨਾਲ ਇਕਮਿਕ ਹੋ ਵਿਧਾਤਾ ਦਾ ਨਿਜ ਰੂਪ ਹੋਇਆ ਹੈ। ਪੰਜਵੇਂ ਤਨ ਵਿੱਚ ਪੁਰਾਤਨਤਾ ਦਾ ਇਹ ਭਾਰਾ ਜਾਲ ਤੋੜ ਕੇ ਸੁੱਟ ਪਾਇਆ ਕਿ ਆਤਮ ਕਿਸੇ ਖਾਸ ਸ਼੍ਰੇਣੀ ਦਾ ਵਿਰਸਾ
ਅਤੇ ਖਾਸ ਮਜ਼ਹਬ ਦੀ ਮਲਕੀਅਤ ਹੈ। ਆਪ ਨੇ ਨਵੇਂ ਮਨੁੱਖ ਨੂੰ ਸਮਝਾਇਆ ਕਿ ਗਿਆਨ ਰੋਸ਼ਨੀ ਹੈ, ਜੀਵਨ ਜੋਤੀ ਦੀ, ਅਤੇ ਉਹ ਜੋਤ ਵਿਆਪਕ ਹੈ ਅਤੇ ਉਸ ਦੇ ਚਾਨਣ ਤੋਂ ਸਾਰਿਆਂ ਵਿੱਚ ਚਾਨਣਾ ਹੁੰਦਾ ਹੈ। ਇਹੋ ਗੱਲ ਗੁਰੂ ਤੋਂ ਸਮਝਣੀ ਹੈ ਕਿ ਗਿਆਨ ਪ੍ਰਦਾਤੀ ਜੋਤ ਹਰ ਘਟ ਵਿੱਚ ਜਗ ਰਹੀ ਹੈ ਅਤੇ ਜਿਸ ਦੇ ਹਿਰਦੇ ਤੋਂ ਇਹ ਪੁਰਾਤਨਤਾ ਦੇ ਪਰਦੇ ਉਤਰ ਜਾਂਦੇ ਹਨ, ਉੱਥੋਂ ਹੀ ਉਸ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਆਪ ਨੇ ਇਸ ਗਿਆਨ ਨੂੰ ਦ੍ਰਿੜ ਕਰਾਉਣ ਲਈ ਆਤਮ ਗਿਆਨ ਦਾ ਇੱਕ ਗ੍ਰੰਥ ਰਚਿਆ, ਜਿਸ ਵਿੱਚ ਆਪਣੀ ਤਰਫੋਂ ਦਿੱਤੇ ਗਏ ਆਤਮ ਗਿਆਨ ਤੋਂ ਬਿਨਾਂ ਮੁਖਤਲਫ ਜਾਤੀਆਵਾਂ, ਮਜ਼ਹਬਾਂ ਅਤੇ ਜਿਨਸਾਂ ਦੇ ਆਤਮ ਗਿਆਨ ਨੂੰ ਇਕੱਠਿਆਂ ਕਰਕੇ ਇੱਕ ਜਿਲਦ ਵਿੱਚ ਬੰਨ੍ਹਿਆ। ਇਹ ਗ੍ਰੰਥ ਤਾਂ ਆਤਮ ਗਿਆਨ ਦਾ ਸੀ ਅਤੇ ਆਤਮ ਗਿਆਨ ਹੀ ਜਗਤ ਦੇ ਅੰਧੇਰੇ ਵਿੱਚ ਚਾਨਣਾ ਕਰਦਾ ਹੈ, ਜਿਸ ਕਰਕੇ ਉਸ ਨੂੰ ਗੁਰੂ ਗ੍ਰੰਥ ਕਿਹਾ ਗਿਆ। 6ਵੇਂ ਜਾਮੇ ਵਿੱਚ ਇਹ ਸਮਝਾਇਆ ਕਿ ਜੇ ਪੁਰਾਤਨਤਾ ਦੇ ਜੋਸ਼ ਵਿੱਚ ਕੋਈ ਪ੍ਰਾਣੀ ਪਗਲਾ ਹੋ ਜਾਵੇ ਅਤੇ ਸਿੱਖਿਆ ਸੁਣਨ ਦੀ ਥਾਂ ਸੁਣਾਉਣ ਵਾਲਿਆਂ ਨੂੰ ਕੁੱਟਣ ਉੱਠ ਦੌੜੇ, ਤਾਂ ਉਸ ਪਾਗਲ ਤਨ ਦੀ ਸ਼ਸਤਰ ਨਾਲ ਗਤੀ ਕਰ ਦੇਣੀ ਚਾਹੀਦੀ ਹੈ ਅਤੇ ਅਜਿਹਾ ਕਰਨਾ ਉਸ ਪ੍ਰਾਣੀ ਉੱਤੇ ਦਇਆ ਕਰਨੀ ਹੈ। ਜਿਸ ਤਰ੍ਹਾਂ ਕੋਈ ਸਰਜਨ ਕਿਸੇ ਬਿਮਾਰ ਦੇ ਕੈਂਸਰੇ ਹੋਏ ਅੰਗ ਨੂੰ ਦਇਆਪੂਰਤ ਹੋ ਕੱਟ ਦਿੰਦਾ ਹੈ, ਕਿਉਂਕਿ ਜੇ ਨਾ ਕੱਟੇ ਤਾਂ ਸਾਰਾ ਜਿਸਮ ਹੀ ਖਰਾਬ ਹੋ ਜਾਣ ਦਾ ਡਰ ਹੁੰਦਾ ਹੈ। ਉਸੇ ਤਰ੍ਹਾਂ ਹੀ ਪੁਰਾਤਨਤਾ ਦੇ ਜ਼ਹਿਰ ਨਾਲ ਕੈਂਸਰੇ ਹੋਏ ਅੰਗ ਨੂੰ ਕੱਟ ਦੇਣਾ ਵੀ ਮਨੁੱਖੀ ਜਾਤੀ 'ਤੇ ਤਰਸ ਕਰਨਾ ਹੈ। 7ਵੇਂ ਜਾਮੇ ਇਹ ਸਿੱਖਿਆ ਦਿੱਤੀ ਹੈ ਕਿ ਪੁਰਾਤਨਤਾ ਨਾਲ ਪਾਗਲ ਹੋਏ ਵੱਢ ਖਾਣੇ ਮਨੁੱਖਾਂ ਦੀ ਗਤੀ ਹਿੱਤ ਜੋ ਹਥਿਆਰ ਪਹਿਨਿਆ ਜਾਏ, ਉਸ ਦੇ ਚਲਾਣ ਦਾ ਸੰਜਮ ਧਾਰਨ ਕਰਨਾ ਹੈ। ਅਜਿਹਾ ਨਾ ਹੋਵੇ ਕਿ ਉਹ ਤਰਸ ਦੀ ਥਾਂ ਕ੍ਰੋਧ ਦੇ ਜਜ਼ਬੇ ਦੇ ਅਧੀਨ ਹੋ ਮਿਆਨੋਂ ਬਾਹਰ ਆ ਜਾਵੇ ਅਤੇ ਉਪਕਾਰ ਦੀ ਥਾਂ ਬਦਲਾ ਲੈਣ ਲੱਗ ਪਵੇ। ਇਹ ਭਾਰਾ ਸੰਜਮ ਦ੍ਰਿੜ ਕਰਾਉਣ ਲਈ ਇਹ ਸਿਖਾਇਆ ਗਿਆ ਕਿ ਸ਼ਸਤਰ ਸਦਾ ਗਾਤਰੇ ਰੱਖੋ, ਪਰੰਤੂ ਬਾਹਰ ਨਹੀਂ ਕੱਢਣਾ। 8ਵਾਂ ਤਨ ਬਹੁਤ ਥੋੜ੍ਹੇ ਸਮੇਂ ਲਈ ਸੀ। ਉਹ ਕੇਵਲ ਇੰਨੀ ਗੱਲ ਦਾ ਹੀ ਚਮਤਕਾਰ ਸੀ ਕਿ ਆਤਮ ਗਿਆਨੀ ਵਡੇਰੀ ਉਮਰ ਦਾ ਹੀ ਵਿਰਸਾ ਨਹੀਂ ਹੁੰਦਾ, ਕਿਉਂਕਿ ਉਹ ਸਿੱਖੀ ਹੋਈ ਚੀਜ਼ ਨਹੀਂ ਹੁੰਦੀ, ਸਗੋਂ ਸਫੁੱਟ ਚਸ਼ਮੇ ਵਾਂਗ ਆਤਮਾ ਦੀ ਗਹਿਰਾਈ ਵਿੱਚੋਂ ਸੁਤੇ ਸਿੱਧ ਹੀ ਪ੍ਰਕਾਸ਼ਦਾ ਹੈ। 9ਵੇਂ ਜਾਮੇ ਵਿੱਚ ਮਨੁੱਖ ਮਾਤਰ ਨੂੰ ਆਪਣਾ ਆਪ ਜਾਣ, ਦੂਜਿਆਂ ਦੀ ਭਲਾਈ ਲਈ ਆਪਾ ਕੁਰਬਾਨ ਕਰਨ ਦੀ ਜਾਚ ਸਿਖਾਈ ਗਈ ਅਤੇ ਇਹ ਦੱਸਿਆ ਗਿਆ ਕਿ ਜਗਤ ਭਲਾਈ ਦੇ ਦਾਅਵੇਦਾਰ ਲਈ ਸੰਸਾਰ ਦੀ ਕਿਸੇ ਵੱਡੀ ਤੋਂ ਵੱਡੀ ਹਕੂਮਤ ਦਾ ਰੋਹਬ ਵੀ ਇਰਾਦਿਆਂ ਨੂੰ ਕਮਜ਼ੋਰ ਕਰਨ ਵਾਲਾ ਨਹੀਂ ਹੋ ਸਕਦਾ। ਜਿਉਂਦਾ ਮਨੁੱਖ ਆਪਾ ਵਾਰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ। ਸ਼ਹੀਦ ਖੂਨ ਕੌਮਾਂ ਦੀਆਂ ਮੁਰਦਾ ਨਾੜੀਆਂ ਵਿੱਚ ਨਵੇਂ ਸਿਰਿਓਂ ਜਾਨ ਪਾ ਦਿੰਦਾ ਹੈ। ਇਹ ਮਹਾਨ ਸਿੱਖਿਆ ਜ਼ਬਾਨੀ ਹੀ ਨਹੀਂ ਦਿੱਤੀ ਗਈ, ਕਿਸੇ ਤਖਤੇ ਬੋਰਡ 'ਤੇ ਲਿਖ ਕੇ ਨਹੀਂ ਸਮਝਾਈ ਗਈ, ਸਗੋਂ ਪਿਛਲਿਆਂ ਤਮਾਮ ਸਬਕਾਂ ਵਾਂਗ ਇਹ ਸੰਥਾ ਵੀ ਅਮਲੀ ਹੀ ਪੜ੍ਹਾਈ ਗਈ ਅਤੇ ਗੁਰੂ ਨਾਨਕ ਦੇ 9ਵੇਂ ਜਾਮੇ ਨੇ ਆਪਣੇ ਆਪ ਨੂੰ ਮਜ਼ਲੂਮਾਂ ਲਈ ਕੁਰਬਾਨ ਕਰਵਾ ਸੀ ਨਾ ਕਰਦਿਆਂ ਹੋਇਆਂ ਸੀਸ ਦੇ ਨਵੇਂ ਮਨੁੱਖ ਨੂੰ ਪਰਉਪਕਾਰ ਹਿੱਤ ਕੁਰਬਾਨ ਹੋਣ ਲਈ ਤਿਆਰ ਕੀਤਾ। 10ਵੇਂ ਸਰੀਰ ਵਿੱਚ ਜੋ ਆਖਰੀ ਸੀ, ਸਾਰੀ ਸੰਥਾ ਨੂੰ ਇਹ ਪੜ੍ਹ ਕੇ ਦੁਹਰਾਇਆ ਗਿਆ ਅਤੇ ਫਿਰ ਸਿੱਖੇ ਹੋਏ ਮਨੁੱਖ ਦਾ ਇਮਤਿਹਾਨ ਲਿਆ। ਉਹ ਕਿਸ ਤਰ੍ਹਾਂ ਪਾਸ ਹੋਇਆ ਅਤੇ ਉਸਨੇ ਕਿਸ ਤਰ੍ਹਾਂ ਆਪਣੀ ਵਿਰਾਸਤ ਸੰਭਾਲੀ, ਇਸ ਦਾ ਜ਼ਿਕਰ ਅਗਲੇ ਬਾਬ ਵਿੱਚ ਆਵੇਗਾ।
ਇੱਥੇ ਇਤਨਾ ਹੀ ਸਮਝ ਲੈਣਾ ਚਾਹੀਦਾ ਹੈ ਕਿ 250 ਸਾਲ ਦਾ ਸਮਾਂ ਜਿਸ ਵਿੱਚ ਗੁਰੂ ਨਾਨਕ ਨੇ 10 ਤਨ ਧਾਰ ਮਨੁੱਖ ਨੂੰ ਨਵਾਂ ਚੱਲਣ ਸਿਖਾਇਆ, ਸਿੱਖਿਆ ਦਾ ਸਮਾਂ ਸੀ ਅਤੇ ਇਸ ਸਮੇਂ ਨਵੇਂ ਚੱਲਣ ਵਾਲੇ ਵਿਦਿਆਰਥੀਆਂ ਨੂੰ ਸਿੱਖ ਕਿਹਾ ਜਾਂਦਾ ਰਿਹਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।